ਵਾਲੇਕੁਮ ਜੀ। ਇਹ ਦੇਖੋ ਜੀ, ਅਸੀਂ ਪਿੰਡਾਂ ਥਾਵਾਂ ਦੇ ਲੋਕ ਹਾਂ। ਸਾਡਾ ਮਾਹੌਲ ਹੈ ਸਾਡਾ ਬਿਲਕੁਲ। ਇਹ ਵੇਖੋ ਨਾ, ਸਾਡੀਆਂ ਮੱਝਾਂ ਗਾਵਾਂ ਢੱਗੇ ਬੱਧੇ ਨੇ, ਸਮਝਿਆ ਜਾਏ। ਅਸੀਂ ਆਪਣੀ ਇੱਕ ਅੱਜ ਈਦ ਮਨਾ ਰਹੇ ਹਾਂ, ਈਦ ਦੂਸਰਾ ਦਿਨ ਹੈ। ਸ਼ਹਿਰਾਂ 'ਚ ਬਹੁਤ ਗਰਮੀ, ਵੱਟ, ਸੇਕ। ਸਾਡੇ ਇੱਥੇ ਖੁੱਲ੍ਹੀਆਂ ਹਵਾਵਾਂ, ਸਕੂਨ, ਮਾਹੌਲ ਬਹੁਤ ਹੈ। ਅਸੀਂ ਹੁਣ ਇੱਥੇ ਬਾਹਰ ਆ ਗਏ ਹਾਂ, ਸਾਡਾ ਬਹੁਤ ਦਿਲ ਖੁਸ਼ ਹੋ ਗਿਆ। ਕੁਝ ਸਾਡੇ ਨਾਲ ਸਾਡੇ ਦੋਸਤ ਨੇ, ਕੁਝ ਸਾਡੇ ਦੋਸਤ ਆਏ ਨੇ, ਸਾਡੇ ਅਜ਼ੀਜ਼ ਨੇ, ਮੌਸਮ ਨੇ, ਬਹੁਤ ਅੱਛੇ ਨੇ, ਸਾਨੂੰ ਮਿਲਣ ਵਾਸਤੇ ਆਏ ਨੇ। ਉਹਨਾਂ ਨਾਲ ਵੀ ਜ਼ਰਾ ਤੁਹਾਡੀ ਗੱਲ ਛਲ ਕਰਾਉਂਦੇ। ਅੰਦਰ ਮੇਰੇ ਭਾਈ ਖਾਣਾ ਸ਼ਾਣਾ ਬਣਾ ਰਹੇ ਨੇ, ਉਹਨਾਂ ਦਾ ਨਾਂ ਹੈ ਅਖਤਰ ਸਾਹਿਬ। ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਉੱਥੇ ਦਾ ਮਾਹੌਲ ਦੇਸੀ ਬਿਲਕੁਲ। ਇਹ ਦੇਖਦੇ ਹੋ ਨਾ ਬਾਹਰ ਦੂਰ ਦੂਰ ਤੱਕ ਕੀ ਹੈ, ਬਹੁਤ ਅੱਛਾ ਮੌਸਮ ਹੈ, ਅੱਛੀ ਹਵਾ ਹੈ, ਠੰਡੀ ਬਹੁਤ। ਸ਼ਹਿਰ 'ਚ ਅਸੀਂ ਜਾਂਦੇ ਹਾਂ, ਸਾਡਾ ਦਿਲ ਬੜਾ ਘਬਰਾਉਂਦਾ ਹੈ। ਇਹ ਸਾਡੇ ਜਿਹੜੇ ਦੋਸਤ ਆਏ ਨੇ ਮੌਸਮ ਦੇ ਸ਼ਹਿਰ 'ਚ ਵੀ ਆਏ ਨੇ, ਇਹਨਾਂ ਨੇ ਜਿਹੜੇ ਇੱਥੇ ਮਾਹੌਲ ਵੇਖਿਆ ਨਾ ਖੁਸ਼ ਹੋਏ ਨੇ ਸਾਨੂੰ ਵੇਖ ਕੇ। ਅਤੇ ਅਸੀਂ ਬਾਹਰ ਹੀ ਇਹਨਾਂ ਦਾ ਖਾਣਾ ਛਾਣਾ ਬਣਾ ਰਹੇ ਹਾਂ, ਤੁਹਾਨੂੰ ਉਹ ਵੀ ਵਿਖਾਉਂਦੇ ਹਾਂ। अस्सलाम वालेकुम जी। वालेकुम सलाम। भाईजान की हाल है? अल्लाह का शुक्र है। ठीक ठाक हो? अल्लाह का करम है भाई। भाईजान की पका रहे हो? भाईजान आलू कीमा पकांदे जी। अच्छा, किना वास्ते? ਇਹ ਸਾਰੇ ਪੁੱਤਰ ਭਤਰੀਏ ਜੇ ਕੋਈ ਭਰਾ ਨੇ, ਕੋਈ ਯਾਰ ਸੱਜਣ ਨੇ, ਇਹ ਜਨਾਬ ਈਦ ਵਾਤੇ ਸਾਰਾ ਕੁਝ ਕੀਤਾ ਜੇ। ਇਹ ਸਾਰੇ ਭੈਣਾਂ ਭਰਾ ਇਕੱਠੇ ਕੀਤੇ ਨੇ ਤੇ ਚਲੋ ਝਟ ਬਹਿ ਜਾਂਦੇ, ਕਿਉਂਕਿ ਹਰ ਬੰਦੇ ਕੋਲ ਟਾਈਮ ਸ਼ਾਰਟ ਹੈ ਜੀ ਜੀ। ਤੇ ਜੇ ਘਰੋਂ ਵੀ ਪਕਵਾਉਂਦੇ ਤੇ ਪੱਕ ਜਾਂਦਾ ਸੀ, ਪਰ ਨਹੀਂ ਪਕਵਾਇਆ। ਇਸੇ ਵਾਸਤੇ ਵਾ ਟਾਈਮ ਜਿਹੜਾ ਕੱਢੀਏ, ਬਵੀਏ ਇਕੱਠੇ, ਚਲੋ ਗੱਪਾਂ ਮਾਰੀਏ, ਟਾਈਮ ਗੁਜ਼ਰੇ, ਕੋਈ ਚੰਗੀਆਂ ਮਾੜੀਆਂ ਗੱਲਾਂ ਬੰਦਾ ਕਰੇ। तो यही निज़ाम है सारा सिस्टम। ਬੱਚਾ ਬਾਰੀ ਜੀ, ਇਹ ਸਾਡੇ ਅਜ਼ੀਜ਼ ਆਏ ਨੇ ਮੌਸਮ। ਇਹ ਸਾਰੀ ਖੁਸ਼ੀ ਇਹਨਾਂ ਵਾਸਤੇ ਕੀਤੀ ਗਈ ਹੈ। ਇੱਕ ਬਿਲਕੁਲ ਸਾਦਾ ਜਿਹਾ ਪ੍ਰੋਗਰਾਮ ਹੈ। ਉੱਥੇ ਦੀ ਇੱਥੇ ਦੀ ਦਾ ਫਰਕ ਤੇ ਬਹੁਤ ਜ਼ਿਆਦਾ ਹੈ। ਆਪਣੇ ਬੱਚਿਆਂ ਵਿੱਚ, ਆਪਣੀ ਫੈਮਿਲੀ 'ਚ ਜਿਹੜੀ ਈਦ ਮਨਾਈ ਜਾਂਦੀ ਹੈ ਨਾ, ਉਹ ਬਾਹਰ ਪ੍ਰਦੇਸ਼ ਵਿੱਚ ਕਦੇ ਨਹੀਂ ਹੁੰਦੀ ਹੈ। ਉੱਥੇ ਹੁੰਦੀ ਹੈ ਸਵੇਰ 7:30 ਤੋਂ 8 ਦੀ, ਉਸ ਤੋਂ ਬਾਅਦ ਕੰਮ ਤੇ ਫਿਰ ਕੰਮ, ਹੋਰ ਕੋਈ ਈਦ ਸ਼ੀਦ ਨਹੀਂ ਹੈ। ਘਰ ਰਹਿੰਦੇ ਹੋ ਤੁਸੀਂ, ਆਉਂਦੇ ਹੋ, ਲਾਗ ਲਾਗ ਨੂੰ ਮਿਲਦੇ ਹੋ, ਬੱਚਿਆਂ ਦੇ ਵਿੱਚ ਹੋਸ਼-ਬਾਸ਼। ਇਹ ਸਾਡੀ ਜ਼ਿੰਦਗੀ ਇਹ ਕਦੇ ਕਿਰੇ ਗਾਉਂਦੀ। ਹੁਣ 3.5 ਸਾਲ ਬਾਅਦ ਆਣ ਕੇ ਮੈਂ ਕੀਤੀ। 5 ਸਾਲਾਂ ਵਿੱਚ ਮੈਂ 2 ਈਦਾਂ ਕੀਤੀਆਂ ਨੇ ਪਾਕਿਸਤਾਨ। ਹੁਣ ਵੇਖ ਲਓ, ਇਹ ਤੇ ਕੁਦਰਤੀ ਬੰਦਾ ਆਏ ਆਵੇ ਤੇ ਹੋ ਜੇ, ਇਹ ਸਪੈਸ਼ਲ ਕਿੱਥੇ ਆਵਣ ਹੁੰਦਾ ਹੈ। ਜਿਹੜੇ ਅਸੀਂ ਬਾਹਰ ਪ੍ਰਦੇਸ਼ ਆ, ਸਾਡਾ ਇਹੀ ਸੋਚ ਹੈ ਕਿ ਪਾਕਿਸਤਾਨ ਦੇ ਵਿੱਚ ਕੋਈ ਨਾ ਕੋਈ ਮਾੜਾ ਮੋਟਾ ਬਿਜ਼ਨਸ ਹੋਣਾ ਚਾਹੀਦਾ। ਅਸਲ ਜਬਰਾਰ ਸਾਹਿਬ ਜਿਹੜੇ ਉਸ ਟਾਈਮ ਜਿਹੜਾ ਨਾ ਜਨਰਲ ਸਾਹਿਬ ਗਏ ਨੇ, ਉਸ ਟਾਈਮ ਬੰਦੇ ਹਾਲਾਤ ਟੈਟ ਹੁੰਦੇ ਨੇ, ਖਰਾਬ ਹੁੰਦਾ ਹੈ ਬੰਦਾ। ਚਲੋ ਜੀ ਕਹਿੰਦਾ ਟੁਰ ਚੱਲਣੇ ਆ, ਦੂਸਰੇ ਮੁਲਕ ਜਾਂਦਾ 20-25 ਸਾਲ ਜਿਹੜੇ ਗੁਜ਼ਾਰਦਾ, ਤੇ ਉਹਦਾ ਜ਼ਿਹਨ ਫਿਰ ਇਹੀ ਹੁੰਦਾ ਕਿ ਮੈਂ ਨਿਜ਼ਾਮ ਕੋਈ ਇੰਦਾ ਹੋਵੇ ਕਿ ਜਿਹੜਾ ਆਪਣੇ ਮੁਲਕ ਉਸ ਟਾਈਮ ਤੇ ਹੁੰਦੀ ਤਕਲੀਫ ਕਿ ਅਸੀਂ ਮੁਲਕ ਦੀ ਦੂਸਰੇ ਪੱਲੇ ਜਾਈਏ। ਮਜ਼ਦੂਰੀ ਕਰਦਾ ਬੰਦਾ, ਜਿਹੜੇ ਹਾਲਾਤ ਸਹੀ ਹੁੰਦੇ ਨੇ, ਸਾਰੇ ਸਿਸਟਮ ਹੁੰਦੇ ਨੇ, ਤੇ ਫਿਰ ਉਹ ਜਿਤਨਾ ਦੇ ਰਿਜ਼ਕ ਉੱਥੇ ਦਾ ਲਿਖੇ ਉਹ ਲੈਣੇ ਹੀ ਲੈਣਾ। ਸੋਚ ਇਨਸਾਨ ਦੀ ਹੈ ਕਿ ਮੈਂ ਘਰ ਜਾ ਕੇ ਸਭ ਕੁਝ ਕਰ ਲਾਂ, ਇਹ ਕਰਾਂ ਉਹ ਕਰਾਂ। ਅਸੀਂ ਆਪ ਖੁਦ ਰਹਿ ਕੇ ਆਏ ਹਾਂ, ਸਾਨੂੰ ਖੁਦ ਸਾਹਸ ਹੈ। ਜਿੰਨੇ ਬੰਦੇ ਗਏ ਨੇ ਸਾਰੇ ਟੂਰ ਆਏ ਨੇ, ਮੈਂ ਰਹਿ 12-13 ਸਾਲ ਮੈਂ ਕੱਢ ਆਇਆ ਸਿਰਫ ਇਸ ਵਾਸਤੇ ਆਪਣੇ ਹਾਲਾਤ ਦੇਖ ਕੇ, ਸਿਸਟਮ ਦੇਖ ਕੇ। ਤੇ ਜਿਸ ਟਾਈਮ ਉੱਥੋਂ ਰਿਜ਼ਕ ਖਤਮ ਹੋਇਆ ਜਨਾਬ, ਬਾਰਿਸ਼ਾਂ ਖਤਮ ਕਰਕੇ ਪਾਕਿਸਤਾਨ ਟੂਰ ਆਏ, ਹੁਣ ਉਹੀ ਕੰਮ ਪੇ ਕਰਨੇ ਆ। ਸਾਰਾ ਨਿਜ਼ਾਮ ਉਸੇ ਤਰ੍ਹਾਂ ਹੀ ਉਹ ਸ਼ਡਿਊਲ ਇਹ ਹੀ ਹੁੰਦਾ ਜੇ ਜੀ ਸਵੇਰ ਉੱਠੀਦਾ, ਉੱਠ ਕੇ ਈਦ ਪੜ੍ਹੀ ਦੀ ਹੈ, ਈਦ ਪੜ੍ਹ ਕੇ ਉਸ ਤੋਂ ਬਾਅਦ ਜਨਾਬ ਮੇਰੀ ਮਿੱਠਾ ਸ਼ੀਠਾ ਖਾਧਾ। ਕਈ ਤੇ ਵੀਰ ਟੁਰ ਜਾਂਦੇ ਨੇ ਕੰਮਾਂ ਤੇ ਜਿਹੜੇ ਹੁੰਦੇ ਨੇ ਘਰ, ਉਹ ਡਟ ਕੇ ਸੌਂਦੇ ਨੇ। ਸ਼ਾਮੀ ਉੱਠੇ ਫਿਰ ਸਵੇਰ ਕੰਮ ਦੀ ਤਿਆਰੀ। ਇਹੀ ਹੈ ਦੁਨੀਆ ਦਾ ਚੱਲੋ ਚੱਲੀ ਦਾ ਮੇਲਾ। ਬਸ ਇੰਝ ਹੀ ਚੱਲ ਰਿਹਾ ਤੇ 25 ਸਾਲ ਹੋ ਗਏ ਤੇ ਇਹੀ ਕੰਮ ਕਰਨੇ ਆ ਪਏ।
ਇੱਥੋਂ ਜਾ ਕੇ ਉਹ ਜਿਹੜੀ ਸਾਨੂੰ ਬਚਤ ਆਉਣੀ ਆ ਸਾਨੂੰ ਉਹ ਜਿਹੜੇ ਤਾਂ 2-4 ਮਹੀਨੇ ਰਹਿ ਜਾਣੇ ਨੇ ਜ਼ਿੰਦਗੀ ਦੇ ਬਕਾਇਆ ਕੋਈ ਵੀ ਨਹੀਂ ਕੰਮ ਹੀ ਤੇ ਕੰਮ और कुछ है नहीं है बस गुजारा माफक ठीक है शुक्र अल्हम्दुलिल्लाह। तकरीबन 5 सालों च एक ईद का अफसोस होया वो भी छोटी ईद सी ते गए सी लागला नूं मिलन ते चलो आख्या उत्थे ईद पढ़ांदे अगों लागला तावन नहीं ठीक कीता है ते जिंदगी च ओही अफसोस लग्या ते ओह ईद मेरी खुंजी है जिहड़ी नहीं मैं पढ़ सकिया है ਤੇ ਉਹ ਮੈਨੂੰ ਨਹੀਂ ਭੁੱਲ ਸਕਦੀ ਹੈ। ਬਸ ਇਹ ਮੇਰੀ ਈਦ ਦਾ ਵਾਕਿਆ ਹੈ ਬਕਾਇਆ ਸ਼ੁਕਰ ਅਲਹਮਦੁਲਿਲਾ। ਬਸ ਆਪਣਾ ਹੋ ਕੇ ਜੀ ਇਹੀ ਹੁੰਦਾ ਹੈ ਇੱਥੋਂ ਜਿੰਨੀ ਦੁਨੀਆ ਟੁਰ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਵਰਤਣਾ ਹੋਰ ਕੰਮ ਹੈ ਜਿਹੜਾ ਬਾਹਰ ਜਾ ਕੇ ਕਿਸੇ ਨਾਲ ਸਲਾਮਦਾਰ ਰੱਖਣੀ ਜਾਂ ਕਿਸੇ ਨਾਲ ਵਰਤਣਾ ਉਹ ਬੜਾ ਵੱਡਾ ਕਲੇਜਾ ਹੋਣਾ ਚਾਹੀਦਾ ਤਾਂ ਜਾ ਕੇ ਵਰਤਣ ਹੁੰਦਾ ਹੈ। ਪਾਕਿਸਤਾਨ ਦੇ ਵਿੱਚ ਤਾਂ ਈਜ਼ੀ ਫੀਲ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਖਾਣ ਪਕਾਣ ਘਰੋਂ ਲੱਭ ਜਾਂਦਾ ਉੱਥੇ ਜੇ ਕਰਕੇ ਲਿਆ ਵੀ ਹੈ ਨਾ ਫਿਰ ਪਤਾ ਲੱਗਦਾ। बारह 13 साल उत्थे दुबई गुजारे ने। ईद दे वाले ना तुहानूं दसना वा तकलीफ है जिहड़ी तकलीफ ये हुंदी है बई जदों भी ईद उत्थे आई है तकरीबन ज़्यादा परदेसियां दी बाहर ही आंदियां ने बाई चांस हुंदा कि छुट्टी आया ईद पाकिस्तान च होई ओहदा ते इक मज़ा वखरा है अपनी फैमिली अपना खानदान अपना सिस्टम अपना मुल्क जिहड़ी है ना उत्थे दी गल खुशहाली हर चीज़ दी है। लेकिन जिस टाइम तकलीफ होंदी है तकलीफ इस टाइम उदों नमाज पढ़न जाने जिसले नमाज पढ़ी दी है बाद इमाम जिस टाइम दुआ मंगदा ना दुआ मंग के तो उठी दा उस टाइम जो ऐसी तकलीफ होंदी है कि मैं खुद अपनी ज़ाती गल करना कि मेरे ते जेड़े अथरू भी निकल आंदे ते फिर वो ये सबर शुक्र है अल्हम्दुलिल्लाह कोई पहली नमाज पढ़न गए होने फिर अल्लाह रसूल का नाम लिया इनाम कलमा पढ़िया सबर हो गया बस इस तरह सिस्टम गुजरना। लेकिन तकलीफ ਜਿਹੜੀ ਆਪਣੀ लगन ਦੀ ਆਪਣੇ मुल्क ਦੀ ਆਪਣੇ रिश्तेदार ਦੀ ਇਹ ਤਕਲੀਫ ਹੁੱਬ ਹੁੰਦੀ ਹੈ ਉਹ ਟਾਈਮ ਆਉਂਦਾ ਤੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਬਾਕੀ ਅਲਹਮਦੁਲਿल्लाह परदेस यही चीज़ है फिर तकलीफ ना आवे तो परदेस नहीं है। देश पराए जाने वाले वादा करते जाना मुझे हथ लिखोगे रोजाना देखो मेरे साथी अपने प्यार की लाज निभाना मुझे हथ लिखोगे रोजाना। छत पे चढ़ के हथ न पढ़ूंगी छत पे चढ़ के हथ न पढ़ूंगी होंगी चांदनी रातें चांद कभी ये चुप ना पढ़ ले तेरे हाथ की बातें चांद कभी मालूम भला क्यों मेरे चांद का अफसाना हथ लिखोगे रोजाना। देश पुराए जाने वाले वादा करते जाना मुझे हथ लिखोगे रोजाना। फिर की आंदी है जिस दिन तेरा हथ ना आया नींद न मुझको आएगी आंख से आंसू बरसेंगे और याद तेरी तड़पाएगी लगी रहेगी दर पे आंखों को ना तरसाना हथ लिखोगे